हाँ जी, एक बार फिर ਤੁਹਾਡਾ ਸਭ ਦਾ ਸਵਾਗਤ ਹੈ ਮੇਰੇ ਇਸ ਚੈਨਲ 'ਤੇ। ਕਾफ़ी ਦੇਰ ਬਾਅਦ ਇਹ ਵੀਡੀਓ ਬਣਾਉਣ ਜਾ ਰਹੇ ਹਾਂ। ਇਹ ਟੌਪਿਕ ਜੋ ਕੰਪਾਊਂਡ ਮਾਈਕਰੋਸਕੋਪ ਹੈ ਅੱਜ ਦਾ, ਕਾफ़ी ਇੰਪੋਰਟੈਂਟ ਟੌਪਿਕ ਹੈ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਵੀ। ਅਤੇ ਇਹਨੂੰ ਆਪਾਂ ਐਕਸਪਲੇਨ ਕਰਨਾ ਅੱਜ ਸਾਰੀ ਇਹਦੀ ਮੈਗਨੀਫਿਕੇਸ਼ਨ ਪਾਵਰ ਕੀ ਹੁੰਦੀ ਆ, ਅਤੇ ਅਲੱਗ-ਅਲੱਗ ਜਿਹੜੀਆਂ ਇਮੇਜ ਬਣਦੀਆਂ ਡਿਸਟਿੰਕਟ ਵਿਜ਼ਨ 'ਤੇ ਜਾਂ ਇਨਫਿਨਿਟੀ 'ਤੇ, ਉਸ ਦੀ ਮੈਗਨੀਫਿਕੇਸ਼ਨ ਪਾਵਰ ਕੀ ਹੋਊਗੀ, ਉਸ ਦਾ ਰਿਲੇਸ਼ਨ ਆਪਾਂ ਡਰਾਈਵ ਕਰਨਾ। ਕੰਪਾਊਂਡ ਮਾਈਕਰੋਸਕੋਪ ਤੁਸੀਂ ਆਮ ਹੀ ਲੈਬੋਰਟਰੀ ਦੇ ਵਿੱਚ ਦੇਖਿਆ ਹੁੰਦਾ, ਸਾਇੰਸ ਲੈਬ ਦੇ ਵਿੱਚ ਪਿਆ ਹੁੰਦਾ, ਜਿਹਦੇ ਥਰੂ ਆਪਾਂ ਸਲਾਈਡਸ ਦੇਖਦੇ ਹਾਂ। ਉਹ ਸਲਾਈਡਸ ਵੇਖਣ ਵਾਲਾ ਜਿਹੜਾ ਮਾਈਕਰੋਸਕੋਪ ਆ, ਉਸੇ ਨੂੰ ਆਪਾਂ ਕੰਪਾਊਂਡ ਮਾਈਕਰੋਸਕੋਪ ਕਹਿੰਦੇ ਹਾਂ। ਤੁਸੀਂ ਦੇਖਿਆ ਹੋਊਗਾ ਉਹਦੇ ਵਿੱਚ ਦੋ ਲੈਂਸ ਹੁੰਦੇ ਆ, ਅਤੇ ਉਹ ਦੋਵੇਂ ਹੀ ਲੈਂਸ ਜਿਹੜੇ ਆ ਕਨਵੈਕਸ ਲੈਂਸ ਹੁੰਦੇ ਆ। ਇੱਕ ਤਾਂ ਜਿਹੜੀ ਸਾਈਡ ਆਪਾਂ ਸਲਾਈਡ ਰੱਖਦੇ ਹਾਂ ਉਸ ਸਾਈਡ ਲੈਂਸ ਲੱਗਾ ਹੁੰਦਾ, ਦੂਸਰੀ ਸਾਈਡ ਜਿਸ ਸਾਈਡ ਤੋਂ ਆਪਾਂ ਦੇਖਦੇ ਹਾਂ। ਜਿਹੜੀ ਸਾਈਡ ਤਾਂ ਆਪਾਂ ਸਲਾਈਡ ਰੱਖਦੇ ਹਾਂ ਉਸ ਨੂੰ ਆਪਾਂ ਓਬਜੈਕਟਿਵ ਲੈਂਸ ਕਹਿ ਦਿੰਦੇ ਹਾਂ, ਜਿਹਨੂੰ ਮੈਂ ਓ ਦੇ ਨਾਲ ਡਿਨੋਟ ਕੀਤਾ। ਦੂਸਰਾ ਜਿਹੜੀ ਸਾਈਡ ਤੋਂ ਆਪਾਂ ਦੇਖਾਂਗੇ ਉਹਨੂੰ ਆਪਾਂ ਆਈ ਲੈਂਸ ਕਹਿ ਦਿੰਦੇ ਹਾਂ। ਹੁਣ ਦੋਵਾਂ ਦੇ ਵਿੱਚ ਕੀ ਹੁੰਦਾ, ਜਿਹੜਾ ਤਾਂ ਆਪਣੇ ਕੋਲ ਓਬਜੈਕਟਿਵ ਲੈਂਸ ਹੈ ਇਹਦੀ ਫੋਕਲ ਲੈਂਥ ਘੱਟ ਹੁੰਦੀ ਆ, ਅਤੇ ਆਈ ਲੈਂਸ ਦੀ ਫੋਕਲ ਲੈਂਥ ਜ਼ਿਆਦਾ ਹੁੰਦੀ ਆ। ਇਸ ਕਰਕੇ ਆਪਾਂ ਇਹਨੂੰ ਛੋਟਾ ਡਰॉ ਕਰਾਂਗੇ, ਦੂਸਰੇ ਨੂੰ ਵੱਡਾ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਇਸ ਦੇ ਅੱਗੇ ਜਿਹੜਾ ਆਪਾਂ ਆਬਜੈਕਟ ਰੱਖਦੇ ਹਾਂ ਉਹ ਇਮੇਜ ਕਿੱਥੇ ਫਾਰਮ ਕਰੂਗਾ, ਉਹਦੇ ਉੱਤੇ ਰੂਲ ਅਪਲਾਈ ਕਰਾਂਗੇ। ਫਸਟ ਰੂਲ ਆਪਣੇ ਕੋਲ ਕੀ ਆ ਕਿ ਪੈਰਲਰ ਰੇ, ਆਬਜੈਕਟ ਤੋਂ ਜਿਹੜੀ ਰੇਜ਼ ਆਊਗੀ ਉਹ ਕੀ ਹੋਊਗੀ, ਪੈਰਲਰ। ਉਹ ਪੈਰਲਰ ਰੇ ਕੀ ਕਰਦੀ ਆ, ਜਿਸ ਪੁਆਇੰਟ ਦੇ ਉੱਤੇ ਪ੍ਰਿੰਸੀਪਲ ਐਕਸਿਸ ਨੂੰ ਕੱਟ ਕਰੂਗੀ ਉਹ ਪੁਆਇੰਟ ਆਪਣਾ ਕੀ ਹੁੰਦਾ ਵਾ, ਫੋਕਸ। ਮਤਲਬ ਇਹਦਾ ਫੋਕਸ ਆ ਹੋ ਗਿਆ। ਦੂਸਰਾ ਜਿਹੜਾ ਪੁਆਇੰਟ ਆਪਣਾ ਜਾਂ ਦੂਸਰੀ ਲਾਈਟ ਰੇ ਉਹ ਕੱਟ ਕਰਦੀ ਆ, ਕ੍ਰੋਸ ਕਰਦੀ ਆ ਆਪਟੀਕਲ ਸੈਂਟਰ ਦੇ ਵਿੱਚੋਂ। ਇਹ ਦੋਵੇਂ ਜਿੱਥੇ ਵੀ ਮੈਚ ਕਰ ਗਏ, ਆਪਾਂ ਸਕੇਲ ਦਾ ਯੂਜ਼ ਵੀ ਕਰ ਸਕਦੇ ਹਾਂ ਇਸ ਦੇ ਵਿੱਚ, ਜਿੱਥੇ ਵੀ ਦੋਵੇਂ ਮੈਚ ਕਰ ਗਏ ਉਸ ਪੁਆਇੰਟ ਦੇ ਉੱਤੇ ਆਪਣੀ ਫਾਈਨਲ ਇਮੇਜ ਬਣ ਦਊਗੀ। ਇਹ ਫਾਈਨਲ ਇਮੇਜ ਕਿਹਨੇ ਫਾਰਮ ਕੀਤੀ ਆ, ਆਬਜੈਕਟਿਵ ਲੈਂਸ ਨੇ। ਇਸ ਨੂੰ ਆਪਾਂ ਨਾਮ ਦੇਣ ਲੱਗਿਆ A ਡੈਸ਼ B ਡੈਸ਼ ਦਾ। ਉਸ ਤੋਂ ਬਾਅਦ ਹੁਣ ਆਹ ਵਾਲੀ ਜਿਹੜੀ ਇਮੇਜ ਫਾਰਮ ਹੁੰਦੀ ਆ, ਇਹ ਇਮੇਜ ਜਿਹੜੀ ਸਾਈਡ ਤੋਂ ਹੁਣ ਆਪਾਂ ਦੇਖਦੇ ਪਏ ਹਾਂ, ਮਤਲਬ ਕਿਹੜਾ ਲੈਂਸ ਆ ਉਹ, ਆਈ ਲੈਂਸ। ਉਹਦੀ ਫੋਕਲ ਲੈਂਥ ਜ਼ਿਆਦਾ ਵਾ, ਉਹਦਾ ਸਾਈਜ਼ ਵੱਡਾ ਕਰ ਲਾਂਗੇ ਆਪਾਂ ਇਸ ਦੇ ਨਾਲੋਂ। ਇਹ ਆਪਣੇ ਕੋਲ ਕੀ ਹੋ ਗਿਆ, ਆਈ ਲੈਂਸ, ਜਿਸ ਸਾਈਡ ਤੋਂ ਆਪਾਂ ਇਹਨੂੰ ਦੇਖਦੇ ਪਏ ਹਾਂ। ਹੁਣ ਕੀ ਕਰਨਾ ਆਪਾਂ, ਜਿਹੜਾ ਇੱਥੇ ਰੂਲ ਅਪਲਾਈ ਕੀਤਾ ਸੀ ਉਹੀ ਰੂਲ ਆਪਾਂ ਇਸ ਲੈਂਸ ਦੇ ਉੱਤੇ ਅਪਲਾਈ ਕਰਨਾ। ਪੈਰਲਰ, ਦੂਸਰੀ ਜਿਹੜੀ ਲਾਈਟ ਸੀਗੀ ਉਹ ਕਿੱਥੋਂ ਪਾਸ ਕਰਾਈ ਸੀ ਆਪਾਂ, ਇਹਦੇ ਆਪਟੀਕਲ ਸੈਂਟਰ ਦੇ ਵਿੱਚੋਂ। ਇਹਨੂੰ C2 ਦਾ ਨਾਮ ਦੇ ਦਾਂਗੇ। ਜਿਹੜੀ ਆਪਟੀਕਲ ਸੈਂਟਰ 'ਚੋਂ ਜਾਂਦੀ ਉਹ ਬੈਂਡ ਨਹੀਂ ਹੁੰਦੀ, ਉਹ ਹਮੇਸ਼ਾ ਸਟਰੇਟ ਰਹਿੰਦੀ ਆ। ਦੂਸਰੀ ਆ ਜਿਹੜੀ ਪੈਰਲਰ ਆ, ਦੇਖੋ ਜਿਹੜੀ ਪੈਰਲਰ ਸੀ ਉਹ ਕਿੱਥੋਂ ਕੱਟ ਕਰ ਗਈ ਸੀ, ਪ੍ਰਿੰਸੀਪਲ ਫੋਕਸ ਦੇ ਉੱਤੇ। ਇਹਦਾ ਮਤਲਬ ਇਹ ਵੀ ਕਿਹਦੇ ਵੱਲ ਬੈਂਡ ਕਰੂਗੀ, ਆਪਣੀ ਪ੍ਰਿੰਸੀਪਲ ਐਕਸਿਸ ਦੇ ਵੱਲ, ਇਸ ਤਰ੍ਹਾਂ। ਹੁਣ ਇਸ ਸਾਈਡ ਜਿਹੜਾ ਵਿਊਅਰ ਆ, ਜਿਹੜਾ ਦੇਖਦਾ ਪਿਆ, ਹੁਣ ਇਹ ਜਿਹੜੀਆਂ ਲਾਈਨਾਂ ਮੈਚ ਨਹੀਂ ਕੀਤੀਆਂ, ਉਸ ਵਿਊਅਰ ਦੇ ਲਈ ਕੀ ਹੋਊਗਾ ਕਿ ਆਹ ਵਾਲੀ ਜਿਹੜੀ ਇਮੇਜ ਹੁਣ ਫਾਰਮ ਹੋਊਗੀ ਇਹਨੂੰ ਆਪਾਂ ਐਕਸਟੈਂਡ ਕਰ ਲਾਂਗੇ। ਜਿਸ ਪੁਆਇੰਟ ਦੇ ਵੀ ਉੱਤੇ ਇਹ ਦੋਵੇਂ ਮੈਚ ਕੀਤੇ, ਇਹਨੂੰ ਐਕਸਟੈਂਡ ਕਰ ਲਾਂਗੇ। ਜਿੱਥੇ ਵੀ ਇਹ ਦੋਵੇਂ ਮੈਚ ਕਰ ਗਏ ਉਹ ਪੁਆਇੰਟ ਕੀ ਹੋਊਗਾ ਆਪਣਾ, ਫਾਈਨਲ ਇਮੇਜ, ਜਿਹੜੀ ਕਿ ਕੰਪਾਊਂਡ ਮਾਈਕਰੋਸਕੋਪ ਨੇ ਫਾਰਮ ਕੀਤੀ ਹੈ। ਇਸ ਨੂੰ ਆਪਾਂ ਨਾਮ ਦੇਵਾਂਗੇ A ਡਬਲ ਡੈਸ਼ B ਡਬਲ ਡੈਸ਼। ਇਹ ਆਪਣੀ ਡਾਇਗਰਾਮ ਕੰਪਲੀਟ ਹੋ ਗਈ ਹੈ। ਸਭ ਤੋਂ ਪਹਿਲਾਂ ਆਪਾਂ ਆਬਜੈਕਟ ਰੱਖਿਆ, ਉਸ ਆਬਜੈਕਟ ਦੀ ਜਿਹੜੀ ਇਮੇਜ ਹੈ ਉਹ ਕਿੱਥੇ ਫਾਰਮ ਹੋਈ, A ਡੈਸ਼ B ਡੈਸ਼ ਕਹਿਤਾ ਆਪਾਂ ਨੂੰ। ਇਹ ਜਿਹੜੀ ਇਮੇਜ ਆ ਇਨਵਰਟਡ ਆ, ਪੁੱਠੀ ਬਣੀ ਆ, ਜਿਹਨੂੰ ਆਪਾਂ ਰੀਅਲ ਇਮੇਜ ਕਹਿ ਦਿੰਦੇ ਹਾਂ। ਹੁਣ ਆਹ ਵਾਲੀ ਜਿਹੜੀ ਰੀਅਲ ਇਮੇਜ ਬਣੀ ਆ, ਇਹ ਰੀਅਲ ਇਮੇਜ ਇਸ ਆਈ ਲੈਂਸ ਦੇ ਲਈ ਕਿਹਦਾ ਕੰਮ ਕਰਦੀ ਆ, ਆਬਜੈਕਟ ਦਾ। ਮਤਲਬ ਹੁਣ ਇਹਦੇ ਲਈ ਆਬਜੈਕਟ ਆਹ ਵਾਲਾ, ਜਿਹੜੀ ਕਿ ਇਹਦੀ ਇਮੇਜ ਬਣੀ ਸੀਗੀ, ਆਹ ਵਾਲੀ ਜਿਹੜੀ ਇਮੇਜ ਬਣੀ ਆ A ਡੈਸ਼ B ਡੈਸ਼, ਇਹ AB ਦੇ ਨਾਲੋਂ ਵੱਡੀ ਹੋਊਗੀ, ਮੈਗਨੀਫਾਈਡ ਹੋਊਗੀ। ਹੁਣ ਕੀ ਹੋਊਗਾ,
ਜਦੋਂ ਸੇਮ ਰੂਲ ਇਹਦੇ ਉੱਤੇ ਅਪਲਾਈ ਕਰਾਂਗੇ, ਇਹਨੇ ਜਿਹੜੀ ਇਮੇਜ ਫਾਰਮ ਕਰਨੀ ਹੈ ਉਹ ਕੀ ਹੋਊਗੀ ਆਪਣੇ ਕੋਲ, ਇਹਦੇ ਨਾਲੋਂ ਵੀ ਮੈਗਨੀਫਾਈਡ ਹੋਊਗੀ, ਵੱਡੀ ਹੋਊਗੀ, ਜਿਹਨੂੰ ਆਪਾਂ A ਡਬਲ ਡੈਸ਼ B ਡਬਲ ਡੈਸ਼ ਦਾ ਨਾਮ ਦਿੰਦੇ ਹਾਂ। ਇਹਦੀ ਫਾਈਨਲ ਇਮੇਜ ਆ। ਇਹ ਸੇਮ ਸਾਈਡ ਦੇ ਉੱਤੇ ਬਣ ਗਈ ਜਿਹੜੀ ਸਾਈਡ ਆਬਜੈਕਟ ਪਿਆ, ਇਸ ਕਰਕੇ ਜਿਹੜੀ ਆਹ ਵਾਲੀ ਇਮੇਜ ਫਾਰਮ ਹੋਈ ਆ ਉਹ ਵਰਚੁਅਲ ਇਮੇਜ ਆ। ਮਤਲਬ ਇਹਨੇ ਜਿਹੜੀ ਇਮੇਜ ਫਾਰਮ ਕੀਤੀ ਆ ਉਹ ਕੀ ਆ, ਵਰਚੁਅਲ ਇਮੇਜ ਆ। ਹੁਣ ਇਹਦੀ ਨੇਮਿੰਗ ਕਰਾਂਗੇ ਆਪਾਂ। ਆਪਣੇ ਕੋਲ ਰੂਲ ਕੀ ਆ, ਆਬਜੈਕਟ ਦਾ ਆਪਟੀਕਲ ਸੈਂਟਰ ਤੱਕ ਜਿਹੜਾ ਡਿਸਟੈਂਸ ਹੁੰਦਾ ਵਾ ਉਸ ਨੂੰ ਆਪਾਂ U ਦੇ ਨਾਲ ਡਿਨੋਟ ਕਰਦੇ ਹਾਂ। ਜਿਹੜਾ ਆਬਜੈਕਟ ਵਾਲਾ ਵਾ ਉਹਨੂੰ U0 ਨਾਲ ਕਰਾਂਗੇ, ਜਿਹੜਾ I ਵਾਲਾ ਉਹਨੂੰ UE ਦੇ ਨਾਲ ਡਿਨੋਟ ਕਰਾਂਗੇ। ਉਸ ਤੋਂ ਬਾਅਦ ਆ ਜਿਹੜੀ ਇਮੇਜ ਫਾਰਮ ਹੋਈ ਆ ਇਹਦੇ ਲਈ ਕਿਹਦਾ ਕੰਮ ਕਰਦੀ ਪਈ ਆ, ਆਬਜੈਕਟ ਦਾ। ਇਹਦਾ ਆਬਜੈਕਟ ਆ ਹੋ ਗਿਆ, ਇਹਨੂੰ ਆਪਾਂ UE ਦਾ ਨਾਮ ਦੇਤਾ। ਫਿਰ ਜਿਹੜੀ ਫਾਈਨਲ ਇਮੇਜ ਫਾਰਮ ਹੋਈ ਆ ਵਾਲੀ, ਇਹਦਾ ਆਪਟੀਕਲ ਸੈਂਟਰ ਤੋਂ ਜਿਹੜਾ ਡਿਸਟੈਂਸ ਆ ਉਹ ਕਿੰਨਾ ਹੋਊਗਾ, VE। ਠੀਕ ਹੈ, ਇਹਨੂੰ ਆਪਾਂ ਇਕੁਅਲ ਟੂ D ਦੇ ਕਵਾਂਗੇ। D ਦਾ ਮਤਲਬ ਕੀ ਇੱਥੇ, ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ। ਮਤਲਬ ਆਪਣੀ ਆਈ ਘੱਟ ਤੋਂ ਘੱਟ ਕਿੰਨੇ ਡਿਸਟੈਂਸ ਦੇ ਉੱਤੇ ਕਲੀਅਰ ਇਮੇਜ ਫਾਰਮ ਕਰ ਸਕਦੀ। ਜੇ ਉਸ ਤੋਂ ਘੱਟ ਡਿਸਟੈਂਸ 'ਤੇ ਫਾਰਮ ਕਰੂਗੀ ਤਾਂ ਆਪਾਂ ਨੂੰ ਇਮੇਜ ਕਲੀਅਰ ਨਹੀਂ ਦਿਖਦੀ। ਮਤਲਬ ਉਹ ਘੱਟ ਤੋਂ ਘੱਟ ਡਿਸਟੈਂਸ ਜਿੱਥੋਂ ਤੱਕ ਆਪਾਂ ਇਮੇਜ ਨੂੰ ਕਲੀਅਰ ਦੇਖ ਸਕਦੇ ਹਾਂ। ਠੀਕ ਹੈ, ਉਸ ਨੂੰ ਆਪਾਂ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਕਹਿੰਦੇ ਹਾਂ। ਆਹ ਵਾਲੀ ਜਿਹੜੀ ਸਾਈਡ ਆ, ਇਸ ਆਪਟੀਕਲ ਸੈਂਟਰ ਤੋਂ ਇਸ ਇਮੇਜ ਦਾ ਜਿਹੜਾ ਡਿਸਟੈਂਸ ਆ ਉਹਨੂੰ ਆਪਾਂ ਨਾਮ ਦੇਵਾਂਗੇ V0। ਇਹਦੀ ਫੋਕਲ ਲੈਂਥ ਆਹ ਵਾਲੀ ਹੋ ਗਈ, ਆਪਟੀਕਲ ਸੈਂਟਰ ਟੂ ਫੋਕਸ ਤੱਕ ਦਾ ਡਿਸਟੈਂਸ F0। ਤੇ ਇਹਦੀ ਜਿਹੜੀ ਫੋਕਲ ਲੈਂਥ ਹੋਊਗੀ ਉਹ ਆਪਾਂ ਜਿੱਥੇ ਮਰਜ਼ੀ ਕਰ ਲਾਂਗੇ, ਪਰ ਆਬਜੈਕਟ ਉਹਦੇ ਵਿੱਚ ਹੋਣਾ ਚਾਹੀਦਾ, ਕਿਉਂਕਿ ਇਹ ਕੰਡੀਸ਼ਨ ਹੁੰਦੀ ਹੈ ਜੇ ਆਪਾਂ ਆਬਜੈਕਟ ਨੂੰ ਆਪਟੀਕਲ ਸੈਂਟਰ ਤੇ ਫੋਕਸ ਦੇ ਵਿੱਚ ਰੱਖਦੇ ਹਾਂ। ਇਸ ਲੈਂਸ ਦੀ ਫੋਕਸ ਦੀ ਗੱਲ ਕਰਦਾ, ਇਹਨੂੰ ਮੈਂ ਨਾਮ ਦੇਣ ਲੱਗਾ FE। ਜੇ ਆਪਾਂ ਆਬਜੈਕਟ ਨੂੰ ਆਪਟੀਕਲ ਸੈਂਟਰ ਤੇ ਫੋਕਲ ਲੈਂਥ ਦੇ ਵਿੱਚ ਰੱਖਦੇ, ਜਿਹੜੀ ਉਹਦੀ ਇਮੇਜ ਆ ਵਰਚੁਅਲ ਫਾਰਮ ਹੁੰਦੀ ਆ, ਜਿਹੜੀ ਕਿ ਆਪਾਂ ਆ ਬਣਾਈ ਆ। ਤੇ ਇਹਦਾ ਮਤਲਬ ਇਹਦਾ ਫੋਕਸ ਆ ਹੋ ਗਿਆ। ਤੇ ਇਹ ਆਪਾਂ ਸਾਰਾ ਇਹਨੂੰ ਲੇਬਲ ਕਰਤਾ, ਡਾਇਗਰਾਮ ਆਪਣੀ ਕੰਪਲੀਟ ਹੋ ਗਈ ਹੈ। ਹੁਣ ਆਪਾਂ ਕੀ ਕਰਨਾ ਵਾ, ਆਪਾਂ ਫਾਈਂਡ ਕਰਨੀ ਹੁੰਦੀ ਆ ਮੈਗਨੀਫਿਕੇਸ਼ਨ। ਇਸ ਦੇ ਵਿੱਚ ਮੈਗਨੀਫਿਕੇਸ਼ਨ ਕੀ ਹੁੰਦੀ ਆ, ਮੈਗਨੀਫਿਕੇਸ਼ਨ ਹੁੰਦੀ ਆ ਕਿ ਆਹ ਵਾਲੀ ਜਿਹੜੀ ਇਮੇਜ ਬਣੀ ਆ ਇਸ ਨੇ ਆਪਣੀ ਆਈ ਦੇ ਉੱਤੇ ਕਿੰਨਾ ਐਂਗਲ ਬਣਾਇਆ, ਸਬਟੈਂਡ ਕੀਤਾ। ਆਹ ਫਾਈਨਲ ਇਮੇਜ ਨੇ, ਉਸ ਨੂੰ ਆਪਾਂ ਨਾਮ ਦਿੰਦੇ ਆ ਬੀਟਾ ਦਾ। ਕਿ ਜਿਹੜੀ ਫਾਈਨਲ ਇਮੇਜ ਆ ਉਹ ਆਪਣੀ ਆਈ ਦੇ ਉੱਤੇ ਕਿੰਨਾ ਐਂਗਲ ਬਣਾਉਂਦੀ ਪਈ ਆ, ਉਸ ਨੂੰ ਆਪਾਂ ਬੀਟਾ ਕਹਿੰਦੇ ਆ। ਤੇ ਜਿਹੜਾ ਆਬਜੈਕਟ ਆ ਉਹ ਆਪਣੀ ਆਈ ਦੇ ਉੱਤੇ ਕਿੰਨਾ ਐਂਗਲ ਬਣਾਉਂਦਾ ਵਾ, ਉਸ ਨੂੰ ਆਪਾਂ ਅਲਫਾ ਦਾ ਨਾਮ ਦਿੰਦੇ ਆ। ਸਮਾਲ m ਦੇ ਨਾਲ ਡਿਨੋਟ ਕਰਦੇ ਆ, ਇਹਦੀ ਆ ਬੀਟਾ ਬਾਏ ਅਲਫਾ। ਇਸ ਲਾਈਨ ਨੂੰ ਆਪਾਂ ਐਕਸਟੈਂਡ ਕਰ ਲਾਂਗੇ, ਆਹ ਵਾਲੀ ਬਿਲਕੁਲ ਪੈਰਲਰ, ਇਹਨੂੰ ਆਪਾਂ ਨਾਮ ਦੇ ਦਾਂਗੇ P। ਹੁਣ ਆ P ਤੋਂ A ਡਬਲ ਡੈਸ਼ ਤੱਕ ਦਾ ਜਿਹੜਾ ਡਿਸਟੈਂਸ ਆ ਉਹ ਕਿਹਦੇ ਬਰਾਬਰ ਹੋ ਗਿਆ, ਆਬਜੈਕਟ ਦੇ ਸਾਈਜ਼ ਦੇ ਇਕੁਅਲ ਹੋ ਗਿਆ। ਮਤਲਬ AB ਇਕੁਅਲ ਆ ਕਿਹਦੇ, PA ਡਬਲ ਡੈਸ਼ ਦੇ। ਹੁਣ ਇਸ ਪੁਆਇੰਟ ਤੋਂ ਜਿਹੜਾ ਆਪਣਾ ਆਬਜੈਕਟ ਆ ਉਹ ਆਈ ਲੈਂਸ ਦੇ ਉੱਤੇ ਜਿਹੜਾ ਵੀ ਐਂਗਲ ਫਾਰਮ ਕਰੂਗਾ ਉਸ ਨੂੰ ਆਪਾਂ ਨਾਮ ਦੇਵਾਂਗੇ ਅਲਫਾ। ਅਲਫਾ ਕੀ, ਬੀਟਾ ਜਿਹੜਾ ਆਪਣੀ ਫਾਈਨਲ ਇਮੇਜ ਨੇ ਐਂਗਲ ਫਾਰਮ ਕੀਤਾ, ਤੇ ਅਲਫਾ ਕੀ ਹੁੰਦਾ ਜਿਹੜਾ ਆਬਜੈਕਟ ਨੇ ਆਈ ਦੇ ਉੱਤੇ ਲੈਂਸ ਫਾਰਮ ਕੀਤਾ, ਉਸ ਨੂੰ ਆਪਾਂ ਅਲਫਾ ਕਹਿ ਦਿੰਦੇ ਹਾਂ। ਇਹ ਐਂਗਲ ਬੜੇ ਸਮਾਲ ਹੁੰਦੇ ਆ। ਜੇ ਐਂਗਲ ਸਮਾਲ ਆ ਤਾਂ ਆਪਾਂ ਉਹਨਾਂ ਦੇ ਉੱਤੇ ਕੰਡੀਸ਼ਨ ਲਾ ਦਿੰਦੇ ਹਾਂ, ਇਫ ਅਲਫਾ ਐਂਡ ਬੀਟਾ ਆਰ ਸਮਾਲ। ਆਪਾਂ ਅਲਫਾ ਨੂੰ ਰਿਪਲੇਸ ਕਰ ਸਕਦੇ ਹਾਂ ਟੈਨ ਅਲਫਾ ਦੇ ਨਾਲ, ਬੀਟਾ ਨੂੰ ਰਿਪਲੇਸ ਕਰ ਸਕਦੇ ਹਾਂ ਟੈਨ ਬੀਟਾ ਦੇ ਨਾਲ। ਠੀਕ ਹੈ, ਇਹ ਆਪਾਂ ਕੰਡੀਸ਼ਨ ਉਦੋਂ ਲਾਉਂਦੇ ਹਾਂ ਜੇ ਅਲਫਾ ਤੇ ਬੀਟਾ ਸਮਾਲ ਹੁੰਦੇ ਆ। ਹੁਣ ਆਪਾਂ ਅਲਫਾ ਤੇ ਬੀਟਾ ਦੀ ਜਿਹੜੀ ਵੈਲਿਊ ਆ ਉਹ ਫਾਈਂਡ ਕਰਨੀ ਆ। ਹੁਣ ਉਹ ਫਾਈਂਡ ਕਿਵੇਂ ਕਰਾਂਗੇ, ਆਪਣੇ ਕੋਲ ਆ ਦੇਖੋ ਟ੍ਰਾਇੰਗਲ ਬਣਦੀ ਪਈ ਆ, A ਡਬਲ ਡੈਸ਼ B ਡਬਲ ਡੈਸ਼ ਤੇ C2। ਆਹ ਟ੍ਰਾਇੰਗਲ ਬਣ ਗਈ ਦੇਖੋ। ਫਰੋਮ ਟ੍ਰਾਇੰਗਲ A ਡਬਲ ਡੈਸ਼ B ਡਬਲ ਡੈਸ਼ C2, ਇਹਦੇ ਤੋਂ ਆਪਾਂ ਕੱਢ ਲਾਂਗੇ ਟੈਨ ਬੀਟਾ। ਹੁਣ ਟੈਨ ਦਾ ਫਾਰਮੂਲਾ ਕੀ ਹੁੰਦਾ, ਆਪਾਂ ਸਾਈਡ ਵਾਲਾ ਫਾਰਮੂਲਾ ਲਾਵਾਂਗੇ। ਟੈਨ ਕੀ ਹੁੰਦਾ ਵਾ, ਪਰਪੈਂਡੀਕੂਲਰ ਓਵਰ ਬੇਸ। ਪੰਡਿਤ ਬਦਰੀ ਪ੍ਰਸ਼ਾਦ ਵਾਲਾ ਫਾਰਮੂਲਾ ਤੁਸੀਂ ਅਪਲਾਈ ਕਰ ਸਕਦੇ ਆ। ਉਹਦੇ ਤੋਂ
ਜਿਹੜਾ ਟੈਨ ਆ ਟੈਨ ਦੀ ਵੈਲਿਊ ਕਿੰਨੀ ਆ ਜਾਊਗੀ ਪਰਪੈਂਡੀਕੂਲਰ ਓਵਰ ਆ ਵਾਲਾ ਬੇਸ। ਪਰਪੈਂਡੀਕੂਲਰ ਆਪਣੇ ਕੋਲ ਕੀ ਆ ਦੇਖੋ a ਡਬਲ ਡੈਸ਼ b ਡਬਲ ਡੈਸ਼, ਬੇਸ ਕਿੰਨਾ ਇਹਦਾ a ਡਬਲ ਡੈਸ਼ c2, a ਡਬਲ ਡੈਸ਼ c2। ਇਸੇ ਤਰ੍ਹਾਂ ਆਪਾਂ ਫਾਈਂਡ ਕਰ ਸਕਦੇ ਹਾਂ ਟੈਨ ਅਲਫਾ ਫਰੋਮ ਟ੍ਰੈਂਗਲ। ਟੈਨ ਅਲਫਾ ਫਾਈਂਡ ਕਰਨ ਦੇ ਲਈ ਆਪਣੇ ਕੋਲ ਕਿਹੜੀ ਟ੍ਰੈਂਗਲ ਆ a ਡਬਲ ਡੈਸ਼ p c2, ਆਹ ਵਾਲੀ ਟ੍ਰੈਂਗਲ ਦੇਖੋ ਬਣਦੀ ਪਈ ਆ a ਡਬਲ ਡੈਸ਼ p c2। ਹੁਣ ਇਹਦੇ ਉੱਤੇ ਜਦੋਂ ਆਪਾਂ ਸੇਮ ਫਾਰਮੂਲਾ ਲਾਵਾਂਗੇ ਟੈਨ ਅਲਫਾ, ਫਿਰ ਇਹਦੇ ਉੱਤੇ ਉਹੀ ਪਰਪੈਂਡੀਕੂਲਰ ਓਵਰ ਬੇਸ ਵਾਲਾ। ਪਰਪੈਂਡੀਕੂਲਰ ਕੀ ਆ ਪੀ ਏ ਡਬਲ ਡੈਸ਼, ਬੇਸ ਸੇਮ ਹੀ ਆ ਦੋਵਾਂ ਟ੍ਰੈਂਗਲਸ ਦਾ ਬੇਸ ਸੇਮ ਆ, ਉਹਨੂੰ ਆਪਾਂ ਲਿਖਾਂਗੇ ਏ ਡਬਲ ਡੈਸ਼ C2। ਹੁਣ ਆਪਾਂ ਨੂੰ ਪਤਾ ਜਿਹੜਾ ਪੀ ਡਬਲ ਡੈਸ਼ ਏ ਡਬਲ ਡੈਸ਼ ਪੀ ਆ ਉਹ ਇਕੁਅਲ ਆ ਕਿਹਦੇ ਜਿੰਨਾ ਆਬਜੈਕਟ ਦਾ ਸਾਈਜ਼ ਆ। ਇਹਦਾ ਮਤਲਬ ਆਪਾਂ ਇਹਨੂੰ ਲਿਖ ਸਕਦੇ ਹਾਂ ਏ ਬੀ ਓਵਰ ਏ ਡਬਲ ਡੈਸ਼ C2। ਇਹਦਾ ਰੀਜ਼ਨ ਲਿਖ ਦਾਂਗੇ ਨਾਲ। ਆਪਣੇ ਕੋਲ ਕੀ ਆ ਗਿਆ ਪੀ ਏ ਡਬਲ ਡੈਸ਼ ਇਕੁਅਲ ਆ ਕਿਹਦੇ ਏ ਬੀ ਦੇ। ਇਹਦਾ ਰੀਜ਼ਨ ਆ ਗਿਆ ਕਿਉਂਕਿ ਜਿੰਨਾ ਇਹਦਾ ਸਾਈਜ਼ ਆ ਉਨਾ ਹੀ ਇਹਦਾ, ਆਪਾਂ ਪੈਰਲਲ ਲਾਈਨ ਡਰਾ ਕੀਤੀ ਸੀ, ਇਸ ਕਰਕੇ ਆਪਣੇ ਕੋਲ ਕੀ ਬਣ ਗਿਆ ਇਹ ਏ ਬੀ ਓਵਰ ਏ ਡਬਲ ਡੈਸ਼ C2। ਟੈਨ ਅਲਫਾ ਵੀ ਫਾਈਂਡ ਕਰ ਲਿਆ, ਟੈਨ ਬੀਟਾ ਵੀ। ਪੁੱਟ ਕਰ ਦਿਓ ਇਸ 1 ਇਕੁਏਸ਼ਨ ਦੇ ਵਿੱਚ, ਪੁੱਟ ਇਨ 1। ਹੁਣ ਜਦੋਂ ਆਪਾਂ ਇਸ ਨੂੰ 1 ਦੇ ਵਿੱਚ ਪੁੱਟ ਕਰਾਂਗੇ ਦੇਖੋ ਕੀ ਬਣ ਜਾਊਗਾ m ਇਕੁਅਲ ਟੂ ਬੀਟਾ ਦੀ ਵੈਲਿਊ ਪੁੱਟ ਕਰੋ a ਡਬਲ ਡੈਸ਼ b ਡਬਲ ਡੈਸ਼ ਓਵਰ a ਡਬਲ ਡੈਸ਼ C2 ਡਿਵਾਈਡ ਬਾਏ ਅਲਫਾ ਦੀ ਵੈਲਿਊ a b ਓਵਰ a ਡਬਲ ਡੈਸ਼ C2। ਹੁਣ a ਡਬਲ ਡੈਸ਼ C2 a ਡਬਲ ਡੈਸ਼ C2 ਕੱਟ ਹੋ ਗਏ, ਆਪਣੇ ਕੋਲ ਕੀ ਬਚਿਆ a ਡਬਲ ਡੈਸ਼ b ਡਬਲ ਡੈਸ਼ ਓਵਰ ab। ਆਹ ਚੀਜ਼ ਬਚ ਗਈ ਆਪਣੇ ਕੋਲ। ਹੁਣ ਦੇਖੋ ਆਪਣੇ ਕੋਲ ਮੈਗਨੀਫਿਕੇਸ਼ਨ ਕੀ ਹੁੰਦੀ ਆ, ਆਪਾਂ ਡਿਫਾਈਨ ਕੀਤਾ ਸੀ ਮਿਰਰ ਫਾਰਮੂਲਾ ਜਦੋਂ ਕੀਤਾ ਉਦੋਂ ਵੀ ਤੇ ਲੈਂਸ ਇਕੁਏਸ਼ਨ ਦੇ ਵਿੱਚ ਵੀ, ਸਾਈਜ਼ ਆਫ ਇਮੇਜ ਓਵਰ ਸਾਈਜ਼ ਆਫ ਆਬਜੈਕਟ। ਹੁਣ ਦੇਖੋ ਆਪਣੇ ਕੋਲ ਆਹ ਇਮੇਜ ਬਣਦੀ ਪਈ ਆ, ਇਹ ਤਾਂ ਚਲੋ ਠੀਕ ਆ a ਡਬਲ ਡੈਸ਼ b ਡਬਲ ਡੈਸ਼ ਸਾਈਜ਼ ਆਫ ਇਮੇਜ ਆ। ab ਕੀ ਆਪਣੇ ਕੋਲ ਦੇਖੋ ab ਕੀ ਆ ਸਾਈਜ਼ ਆਫ ਆਬਜੈਕਟ, ਪਰ ਇੱਥੇ ਕੀ ਆ ਆਪਣੇ ਕੋਲ ਇਮੇਜ ਇਸ ਲੈਂਸ ਦੀ ਆ ਆਈ ਲੈਂਸ ਦੀ ਆ, ਪਰ ਜਿਹੜਾ ਆਬਜੈਕਟ ਆ ਉਹ ਕਿਹਦਾ ਆ ਗਿਆ ਆਪਣੇ ਕੋਲ ਆਬਜੈਕਟਿਵ ਲੈਂਸ ਦਾ, ਜਿਹਦੀ ਇਮੇਜ ਆ ਉਸੇ ਦਾ ਆਬਜੈਕਟ ਹੋਣਾ ਚਾਹੀਦਾ ਵਾ। ਮਤਲਬ ਜੇ ਇਮੇਜ ਇਸ ਲੈਂਸ ਦੀ ਆ a ਡਬਲ ਡੈਸ਼ b ਡੈਸ਼, ਆਬਜੈਕਟ ਵੀ ਇਸੇ ਲੈਂਸ ਦਾ ਹੋਣਾ ਚਾਹੀਦਾ a ਡੈਸ਼ b ਡੈਸ਼ ਹੋਣਾ ਚਾਹੀਦਾ ਸੀ। ਹੁਣ ਜੇ ਆਬਜੈਕਟ ਇਹਦਾ ਵਾ ਇਮੇਜ ਇਹਦੀ ਹੋਣੀ ਚਾਹੀਦੀ ਸੀ, ਇਹਦੀ ਇਮੇਜ ਕੀ ਆ a ਡੈਸ਼ b ਡੈਸ਼, ਦੋਵੇਂ ਅਲੱਗ-ਅਲੱਗ ਹੋ ਗਏ। ਇਸ ਨੂੰ ਸਿੰਪਲੀਫਾਈ ਕਰਨ ਦੇ ਲਈ ਆਪਾਂ ਕੀ ਕਰਾਂਗੇ ਜਿਹੜੀ ਮੈਗਨੀਫਿਕੇਸ਼ਨ ਆਪਣੇ ਕੋਲ m ਇਕੁਅਲ ਟੂ a ਡਬਲ ਡੈਸ਼ b ਡਬਲ ਡੈਸ਼ ਓਵਰ a b ਬਣੀ ਆ, ਇਹਨੂੰ ਆਪਾਂ ਕੀ ਕਰਾਂਗੇ a ਡੈਸ਼ b ਡੈਸ਼ ਨਾਲ ਮਲਟੀਪਲਾਈ a ਡੈਸ਼ b ਡੈਸ਼ ਦੇ ਨਾਲ ਡਿਵਾਈਡ, ਜਿਹਦੇ ਨਾਲ ਮਲਟੀਪਲਾਈ ਕੀਤਾ ਉਹਦੇ ਨਾਲ ਡਿਵਾਈਡ, ਕਿਉਂਕਿ ਆਪਾਂ ਫਾਰਮੂਲਾ ਬਣਾਉਣਾ। ਇਹ ਬਣ ਜੂ ਆਪਣੇ ਕੋਲ m ਇਕੁਅਲ ਟੂ a ਡਬਲ ਡੈਸ਼ b ਡਬਲ ਡੈਸ਼ ਇਨਟੂ ਆ ਕੀ ਸੀਗਾ a ਡੈਸ਼ b ਡੈਸ਼, ਆ ਮਲਟੀਪਲਾਈ 'ਚ ਆ ਜਿਵੇਂ ਮਰਜ਼ੀ ਲਿਖ ਸਕਦੇ ਆਪਾਂ, ਇਹਨੂੰ ਰਿਪਲੇਸ ਕਰਕੇ ਲਿਖਣ ਲੱਗਾ ਮੈਂ a ਡੈਸ਼ b ਡੈਸ਼, ਤਾਂ ਆ ਜਿਹੜਾ a b ਸੀਗਾ ਉਹ ਇਹਦੇ ਨੀਚੇ ਲਿਖ ਲਓ a b। ਹੁਣ ਤੁਸੀਂ ਦੇਖ ਸਕਦੇ ਆ ਕਿ ਜਿਹਦੀ ਇਮੇਜ ਆ ਉਸੇ ਦਾ ਆਬਜੈਕਟ ਆ ਗਿਆ a ਡੈਸ਼ b ਡੈਸ਼ a ਡਬਲ ਡੈਸ਼ b ਡੈਸ਼ ਓਵਰ ਸਾਈਜ਼ ਆਫ ਆਬਜੈਕਟ a ਡੈਸ਼ b ਡੈਸ਼ ਆ ਗਿਆ। ਦੂਸਰੇ ਦੀ ਇਮੇਜ ਕੀ ਸੀਗੀ ਆਬਜੈਕਟ ਵਾਲੇ ਦੀ a ਡੈਸ਼ b ਡੈਸ਼ ਡਿਵਾਈਡ ਬਾਏ ਉਹਦਾ ਆਬਜੈਕਟ ਕਿੰਨਾ ਵਾ a b, ਉਹਦੇ ਨਾਲ ਡਿਵਾਈਡ ਕਰਤਾ। ਹੁਣ ਇਹਨੂੰ ਆਪਾਂ ਨਾਮ ਦੇਣ ਲੱਗੇ ਹਾਂ, ਆਪਣੇ ਕੋਲ ਮੈਗਨੀਫਿਕੇਸ਼ਨ ਬਣ ਗਈ। ਆਹ ਜਿਹੜੀ ਮੈਗਨੀਫਿਕੇਸ਼ਨ ਆ ਉਹ ਆਈ ਲੈਂਸ ਦੀ ਆ, ਇਹਨੂੰ ਆਪਾਂ ME ਕਹਿ ਦਾਂਗੇ। ਆਹ ਵਾਲੀ ਜਿਹੜੀ ਆਪਣੇ ਕੋਲ ਬਣੀ ਆ ਉਹ ਕਿਹਦੀ ਆ ਆਬਜੈਕਟ ਲੈਂਸ ਦੀ। ਇਕੁਏਸ਼ਨ ਨੰਬਰ 1 ਆ ਜੂਗੀ ਆਪਣੇ ਕੋਲ। ਹੁਣ ਆਪਾਂ ਕੀ ਕਰਨਾ ਜਿਹੜੀ M0 ਆ ਆਪਣੇ ਕੋਲ ਫਾਰਮੂਲਾ ਹੁੰਦਾ ਵਾ ਕਿ ਜਿਹੜੀ ਮੈਗਨੀਫਿਕੇਸ਼ਨ ਆ ਉਹ ਸਾਈਜ਼ ਆਫ ਇਮੇਜ ਓਵਰ ਸਾਈਜ਼ ਆਫ ਆਬਜੈਕਟ ਤਾਂ ਹੁੰਦੀ ਆ, ਨਾਲ ਇਕੁਅਲ ਹੁੰਦੀ ਆ ਲੈਂਸ ਦੇ ਕੇਸ ਦੇ ਵਿੱਚ V/U ਦੇ। ਮਤਲਬ ਜਿੱਥੇ ਇਮੇਜ ਬਣੀ ਆ ਜਿਸ ਡਿਸਟੈਂਸ ਦੇ ਉੱਤੇ ਡਿਵਾਈਡ ਬਾਏ ਜਿੰਨੀ ਡਿਸਟੈਂਸ 'ਤੇ ਆਪਾਂ ਆਬਜੈਕਟ ਰੱਖਿਆ, ਉਹਨੂੰ ਦੋਵਾਂ ਨੂੰ ਆਪਾਂ ਡਿਵਾਈਡ ਕਰ ਦਿੰਦੇ ਹਾਂ। ਅਤੇ ਆਪਣੇ ਕੋਲ ਦੇਖੋ ਕੀ ਬਣ ਜਾਊਗਾ ਫਿਰ ਜੇ ਆਪਾਂ M0 ਦੀ ਵੈਲਿਊ ਕੱਢਣੀ ਆ। M0 ਮਤਲਬ ਇਹਦੀ ਮੈਗਨੀਫਿਕੇਸ਼ਨ,
की बन जूगा V0/U0, V0/U0 ਦੇ ਨਾਲ ਕੀ ਕਰਾਂਗੇ ਮਾਈਨਸ ਦਾ ਸਾਈਨ ਲੱਗੂਗਾ ਕਿਉਂਕਿ ਉਹ ਆਪੋਜ਼ਿਟ ਡਾਇਰੈਕਸ਼ਨ 'ਚ ਹੋ ਗਏ। ਮਤਲਬ ਜਿਹੜੇ ਆਬਜੈਕਟ ਵਾਲੀ ਸਾਈਡ ਜੋ ਵੀ ਆਪਣੇ ਕੋਲ ਬਣਦੀ ਹੈ ਚੀਜ਼, ਚਾਹੇ ਇਮੇਜ ਬਣਦੀ ਹੈ ਚਾਹੇ ਫੋਕਲ ਲੈਂਥ ਆ, ਉਹ ਆਪਾਂ ਨੈਗੇਟਿਵ ਲੈਂਦੇ ਹਾਂ। ਜਿਹੜੀ ਦੂਸਰੀ ਸਾਈਡ ਆ ਉਹ ਪੋਜ਼ਿਟਿਵ ਹੋਊਗੀ ਲੈਂਸ ਤੋਂ, ਮਤਲਬ ਉਹ ਸੇਮ ਡਾਇਰੈਕਸ਼ਨ ਆਫ ਲਾਈਟ ਹੋ ਜਾਂਦੇ ਆ। ਮਤਲਬ ਇੱਥੇ ਆਪਾਂ U ਨੂੰ -U0 ਲਿਖ ਲਿਆ। ਇਹ ਆਪਣੇ ਕੋਲ ਬਣ ਗਿਆ V0/-U0। ਇਸ ਤੋਂ ਬਾਅਦ ME ਦੀ ਜਿਹੜੀ ਵੈਲਿਊ ਆ ਉਹ ਕੀ ਬਣੂਗੀ ਆਪਣੇ ਕੋਲ, ME ਦਾ ਵੀ ਸੇਮ ਅਪਲਾਈ ਕਰ ਦਿਓ। ME ਦਾ ਮਤਲਬ ਇਹਦੀ ਮੈਗਨੀਫਿਕੇਸ਼ਨ, ਇਹਦੀ V ਕੀ ਆਪਣੇ ਕੋਲ -VE, ਕਿਉਂਕਿ ਇਹ ਦੋਵੇਂ ਆਬਜੈਕਟ ਵਾਲੀ ਸਾਈਡ ਹੀ ਆ ਜਾਣਗੇ। ਇਹ ਵੀ ਮਾਈਨਸ ਦਾ ਡਿਸਟੈਂਸ ਹੋਊਗਾ, ਇਹ ਵੀ ਮਾਈਨਸ ਦਾ, ਕਿਉਂਕਿ ਇਮੇਜ ਵੀ ਇਸ ਵਾਰ ਆਬਜੈਕਟ ਵਾਲੀ ਸਾਈਡ ਹੀ ਬਣੀ ਆ। ਇਹ ਬਣ ਜੂ -UE, ਮਾਈਨਸ ਨਾਲ ਮਾਈਨਸ ਕੈਂਸਲ। VE ਦੀ ਵੈਲਿਊ ਕਿੰਨੀ ਆ D/UE, ਕਿਉਂਕਿ VE ਨੂੰ ਆਪਾਂ ਕੀ ਪੁੱਟ ਕੀਤਾ ਹੋਇਆ D ਦਾ ਮਤਲਬ ਕਿ ਇੱਥੇ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ। ਹੁਣ ਦੋਵਾਂ ਦੀ ਵੈਲਿਊ ਪਤਾ ਲੱਗ ਗਈ। ਇਹਦੇ 'ਚ ਜਦੋਂ ਆਪਾਂ ਪੁੱਟ ਕਰਾਂਗੇ ਮਾਈਨਸ ਦੇ ਆ ਮਾਈਨਸ ਸੀਗਾ ਇਹ ਉੱਪਰ ਲੈ ਗਏ, ਮਾਈਨਸ ਦੇ V0/U0 ਇੰਟੂ D/UE, ਇਕੁਏਸ਼ਨ ਨੰਬਰ 2। ਹੁਣ ਇਹਨੂੰ ਆਪਾਂ ਸੋਲਵ ਕਰਨਾ, ਦੇਖੋ ਕਿਵੇਂ ਸੋਲਵ ਕਰਦੇ ਹਾਂ। ਫॉर ਲੀਸਟ, ਇਹ ਆਪਾਂ ਜਿਹੜਾ ਕੇਸ ਕਰਦੇ ਪਏ ਹਾਂ ਉਹ ਕੇਸ ਕੀ ਆ, ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਵਾਲਾ। ਅਕੋਰਡਿੰਗ ਟੂ ਲੈਂਸ ਇਕੁਏਸ਼ਨ, ਲੈਂਸ ਇਕੁਏਸ਼ਨ ਕੀ ਸੀ 1/-U + 1/V ਇਕੁਅਲ ਹੁੰਦਾ 1/F ਦੇ, ਠੀਕ ਹੈ। ਇਹਦੇ ਇਕੁਅਲ ਆ ਗਿਆ। ਹੁਣ ਜਿਹੜਾ U ਆ ਇੱਥੇ ਆਪਣੇ ਕੋਲ ਕਿੰਨਾ, ਦੇਖੋ U ਦੀ ਵੈਲਿਊ ਇਸ ਆਈ ਲੈਂਸ ਦੇ ਲਈ ਕਿੰਨੀ, ਇਹਨੂੰ ਆਈ ਲੈਂਸ ਦੇ ਲਈ ਸੋਲਵ ਕਰਨਾ UE, ਅਤੇ ਇਹ ਮਾਈਨਸ ਦਾ ਹੁੰਦਾ ਵਾ। V ਕਿਹਦੇ ਬਰਾਬਰ ਆ VE ਦੇ, VE ਦਾ ਮਤਲਬ ਕੀ ਆ ਆਪਣੇ ਕੋਲ ਇੱਥੇ -D, ਕਿਉਂਕਿ ਉਹ ਵੀ ਸੇਮ ਸਾਈਡ ਆ ਗਿਆ। ਅਤੇ ਜਿਹੜੀ ਫੋਕਲ ਲੈਂਥ ਆ ਕਨਵੈਕਸ ਲੈਂਸ ਦੀ ਉਹ ਪੋਜ਼ਿਟਿਵ ਹੁੰਦੀ ਆ, ਇਸ ਕਰਕੇ ਫੋਕਲ ਲੈਂਥ ਨੂੰ ਆਪਾਂ ਪੁੱਟ ਕਰਾਂਗੇ ਇੱਥੇ FE। ਇਹਦੀ ਫੋਕਲ ਲੈਂਥ ਆਪਾਂ ਕਿੰਨੀ ਮੰਨੀ ਆ FE। ਇਹ ਆਪਣੇ ਕੋਲ ਹੋ ਗਏ। ਇਹਨੂੰ ਪੁੱਟ ਕਰ ਦਿਓ ਇਹਦੇ 'ਚ, ਆ ਮਾਈਨਸ ਮਾਈਨਸ ਪਲੱਸ ਹੋ ਜਾਣਗੇ। ਜਦੋਂ U ਦੀ ਵੈਲਿਊ -UE ਪੁੱਟ ਕਰੋਗੇ ਇਹ ਬਣ ਜੂ 1/UE। V ਦੀ ਵੈਲਿਊ -T ਪੁੱਟ ਕਰੋਗੇ ਪਲੱਸ ਮਾਈਨਸ ਮਾਈਨਸ ਹੋ ਜਾਊਗਾ 1/-D ਇਕੁਅਲ ਟੂ 1/FE। ਆਹ ਇਕੁਏਸ਼ਨ ਬਣ ਜੂ। ਇਸ ਤੋਂ ਬਾਅਦ ਆਪਾਂ ਦੇਖੋ ਕੀ ਕਰਨਾ, ਆਪਾਂ ਸਿੰਪਲ ਕੀ ਕਰਨਾ ਵਾ, ਇਸ ਨੂੰ ਆਪਾਂ ਬਣਾਉਣਾ ਵਾ D/UE। ਆਪਾਂ D/UE ਦੀ ਵੈਲਿਊ ਲੱਭਦੇ ਪਏ ਹਾਂ। D/UE ਬਣਾਉਣ ਦੇ ਲਈ ਆਪਾਂ ਕੀ ਕਰਾਂਗੇ, ਇਸ ਸਾਰੀ ਇਕੁਏਸ਼ਨ ਨੂੰ D ਨਾਲ ਮਲਟੀਪਲਾਈ ਕਰ ਦਾਂਗੇ, ਮਲਟੀਪਲਾਈ ਬਾਏ D ਬੋਥ ਸਾਈਡ। ਜਦੋਂ D ਨਾਲ ਮਲਟੀਪਲਾਈ ਕਰੋਗੇ ਇਹ ਬਣ ਜਾਊਗਾ D/UE। ਆ D/D ਕੀ ਬਣ ਜਾਊਗਾ D/D 1, ਠੀਕ ਹੈ। D ਨਾਲ ਇਹਨੂੰ ਵੀ ਮਲਟੀਪਲਾਈ ਕਰਤਾ, D ਨਾਲ ਇਸ ਨੂੰ ਵੀ D/D 1 ਬਣ ਗਿਆ। ਅਤੇ ਆਹ ਬਣ ਜਾਊਗਾ ਆਪਣੇ ਕੋਲ D/FE। ਆਪਾਂ ਨੂੰ ਵੈਲਿਊ ਕਿਹਦੀ ਚਾਹੀਦੀ ਹੈ, ਦੇਖੋ D/UE ਦੀ। D/UE ਕਿੰਨਾ ਆ ਗਿਆ D/UE, ਆ ਮਾਈਨਸ ਆ ਦੂਸਰੀ ਸਾਈਡ ਜਾ ਕੇ ਪਲੱਸ ਹੋ ਜਾਊਗਾ 1 + D/FE। ਇਹਦੀ ਵੈਲਿਊ ਆਪਾਂ ਫਾਈਂਡ ਕਰਦੇ ਸੀ, ਉਹ ਮਿਲ ਗਈ। ਕਿੰਨੀ ਆ ਗਈ ਆਪਣੇ ਕੋਲ 1 + D/FE। ਇਹਨੂੰ ਕਿਹਦੇ 'ਚ ਪੁੱਟ ਕਰ ਦਿਓ, ਪੁੱਟ ਇਨ 2। ਜਦੋਂ ਆਪਾਂ ਇਕੁਏਸ਼ਨ 2 ਦੇ ਵਿੱਚ ਇਹਨੂੰ ਪੁੱਟ ਕਰਤਾ ਆਪਣੇ ਕੋਲ ਕੀ ਬਣ ਜੂ M = ਮਾਈਨਸ ਦੇ V0/U0 ਇੰਟੂ D/FE ਦੀ ਵੈਲਿਊ ਕਿੰਨੀ ਆ ਗਈ 1 + D/FE। ਆਪਣੇ ਕੋਲ ਫਾਈਨਲ ਰਿਲੇਸ਼ਨ ਆ ਜਾਊਗਾ ਮੈਗਨੀਫਿਕੇਸ਼ਨ ਪਾਵਰ ਦਾ। ਕਦੋਂ, ਜਦੋਂ ਆਪਣੇ ਕੋਲ ਇਮੇਜ ਕਿੱਥੇ ਬਣਦੀ ਆ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ 'ਤੇ, ਉਸ ਵੇਲੇ ਜਿਹੜਾ ਆਪਣੇ ਕੋਲ ਕੀ ਆ ਆਨਸਰ ਆਹ ਵਾਲਾ ਆਊਗਾ। ਸਿੰਪਲ ਆ, ਆਪਾਂ ਲੈਂਸ ਇਕੁਏਸ਼ਨ ਲਾ ਕੇ ਬਸ ਵੈਲਿਊ ਫਾਈਂਡ ਕਰਨੀ ਆ। V ਦੀ ਵੈਲਿਊ -T ਜਿੱਥੇ ਇਮੇਜ ਬਣੀ ਆ, ਅਤੇ U ਦੀ ਵੈਲਿਊ ਜਿਹੜੀ -U, ਫੋਕਲ ਲੈਂਥ ਤਾਂ ਫਿਕਸ ਹੀ ਰਹਿੰਦੀ ਆ। ਇਸੇ ਤਰ੍ਹਾਂ ਆਪਾਂ ਇਨਫਿਨਿਟੀ ਵਾਲਾ ਕਰ ਸਕਦੇ ਹਾਂ। ਇਨਫਿਨਿਟੀ ਦੇ ਕੇਸ ਦੇ ਵਿੱਚ ਕੀ ਹੋਊਗਾ, ਆਪਾਂ V ਦੀ ਵੈਲਿਊ ਕੀ ਪੁੱਟ ਕਰ ਦੇਣੀ ਆ ਇਨਫਿਨਿਟੀ। ਜਦੋਂ ਹੀ ਤੁਸੀਂ V ਦੀ ਵੈਲਿਊ ਇਨਫਿਨਿਟੀ ਪੁੱਟ ਕਰੋਗੇ ਇਸ ਇਕੁਏਸ਼ਨ ਦੇ ਵਿੱਚ, ਲੈਂਸ ਇਕੁਏਸ਼ਨ ਦੇ ਵਿੱਚ, ਇਹ ਸੈਕਿੰਡ ਕੇਸ ਆ ਜਦੋਂ ਇਮੇਜ ਕਿੱਥੇ ਫਾਰਮ ਹੋਊਗੀ ਇਨਫਿਨਿਟੀ ਦੇ ਉੱਤੇ। ਆਹ 1/UE ਸੀਗਾ,
1 ਬਾਏ v ਦੀ ਵੈਲਿਊ ਇਨਫਿਨਿਟੀ ਹੋ ਗਈ, ਫੋਕਲ ਲੈਂਥ ਤਾਂ ਉਹੀ ਰਹੂਗੀ ਆਪਣੇ ਕੋਲ 1 ਬਾਏ ਐਫ ਈ। 1 ਬਾਏ ਇਨਫਿਨਿਟੀ ਆ ਜਿਹੜਾ ਉਹ ਆਪਣੇ ਕੋਲ ਕੀ ਹੁੰਦਾ 0, ਆਪਣੇ ਕੋਲ ਕੀ ਬਣ ਜਾਊਗਾ 1 ਬਾਏ ਯੂ ਈ ਇਕੁਅਲ ਟੂ 1 ਬਾਏ ਐਫ ਈ। ਅਤੇ ਇਹ ਆਪਾਂ ਇਹਨੂੰ ਡੀ ਬਾਈ ਯੂ ਈ ਬਣਾਉਣਾ ਸੀਗਾ, ਜਿਵੇਂ ਆ ਡੀ ਬਾਏ ਯੂ ਈ ਦੀ ਵੈਲਿਊ ਚਾਹੀਦੀ ਸੀ ਆਪਾਂ, ਇਹ ਬਣ ਜਾਊਗਾ ਮਲਟੀਪਲਾਈ ਕਰ ਦਿਓ ਡੀ ਨਾਲ, ਉਸੇ ਤਰ੍ਹਾਂ ਡੀ ਬਾਈ ਯੂ ਈ ਦੀ ਵੈਲਿਊ ਹੁਣ ਕਿੰਨੀ ਆ ਜਾਊਗੀ ਡੀ ਬਾਏ ਐਫ ਈ। ਇਹਦੇ 'ਚ ਪੁੱਟ ਕਰ ਦੇਣੀ ਆ ਇਕੁਏਸ਼ਨ 2 ਦੇ ਵਿੱਚ। ਇਹ ਉਦੋਂ ਕਰਨਾ ਵਾ ਜੇ ਆਪਾਂ ਨੂੰ ਇਨਫਿਨਿਟੀ ਵਾਲਾ ਕੇਸ ਪੁੱਛਿਆ ਕਿ ਜਦੋਂ ਇਮੇਜ ਇਨਫਿਨਿਟੀ 'ਤੇ ਫਾਰਮ ਹੋਵੇ, ਉਸ ਵੇਲੇ ਆਪਾਂ ਕੀ ਕਰਾਂਗੇ v ਦੀ ਵੈਲਿਊ ਇਨਫਿਨਿਟੀ ਪੁੱਟ ਕਰਾਂਗੇ ਅਤੇ 1 ਬਾਈ ਇਨਫਿਨਿਟੀ 0 ਹੁੰਦਾ ਵਾ, ਇਹ ਆਪਣੇ ਕੋਲ 0 ਬਣ ਜੂ ਸਾਰਾ, ਇਕੱਲਾ ਰਹਿ ਜੂ 1 ਬਾਈ ਯੂ ਈ ਇਕੁਅਲ ਟੂ 1 ਬਾਏ ਐਫ ਈ। ਡੀ ਨਾਲ ਮਲਟੀਪਲਾਈ ਕਰਕੇ ਆਪਾਂ ਇਸ ਦੀ ਵੈਲਿਊ ਫਾਈਂਡ ਕਰ ਲਾਂਗੇ, ਡੀ ਬਾਈ ਯੂ ਈ ਦੀ ਵੈਲਿਊ ਉਹ ਸੈਕਿੰਡ ਸਟੈਪ ਦੇ ਵਿੱਚ ਇੱਥੇ ਪੁੱਟ ਕਰ ਲਾਂਗੇ। ਇਹ ਕੇਸ ਉਦੋਂ ਕਰਨਾ ਜੇ ਆਪਾਂ ਨੂੰ ਉਹਨੇ ਇਨਫਿਨਿਟੀ ਦੇ ਲਈ ਕਿਹਾ। ਇਹ ਜਿਹੜਾ ਆਪਾਂ ਕੀਤਾ ਵਾ ਕਿਹਦੇ ਲਈ ਸੀ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਦੇ ਲਈ। ਉਮੀਦ ਕਰਦਾ ਕਿ ਤੁਹਾਨੂੰ ਸਭ ਨੂੰ ਇਹ ਸਮਝ ਲੱਗਾ ਹੋਊਗਾ। ਥੈਂਕਸ।